ਜਿਸਨੂੰ ਮਤਿ ਆਵੇ ਸੋ ਸਤਿਗੁਰ ਮਾਖੇ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨ ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਗੌੜੀ ਮਹਿਲਾ ਪੰਜਵਾਂ ਤੇਰੇ ਘਰ ਬੈਸੋ ਹਰ ਜਨ ਪਿਆਰੇ। ਸਤਿਗੁਰ ਤੁਮਰੇ ਕਾਜ ਸਵਾਰੇ। ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ। ਜਨ ਕੀ ਪੈਜ ਰਖੀ ਕਰ ਤਾਰੇ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ। ਅੰਮ੍ਰਿਤ ਨਾਮ ਮਹਾਰਸ ਪੀਨੇ। ਨਿਰਭਉ ਹੋਏ ਭਜੋ ਭਗਵਾਨ। ਸਾਧ ਸੰਗਤ ਮਿਲ ਕੀਨੋ ਦਾਨ। ਸ਼ਰਨ ਪਰੇ ਪ੍ਰਭ ਅੰਤਰ ਜਾਮੀ। ਨਾਨਕ ਓਟ ਪਕਰੀ ਪ੍ਰਭ ਸੁਆਮੀ। ਸ਼ਰਨ ਪਰੇ ਪ੍ਰਭ ਅੰਤਰ ਜਾਮੀ। ਨਾਨਕ ਓਟ ਪਕਰੀ ਪ੍ਰਭ ਸੁਆਮੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਗੌੜੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। 201 ਅੰਗ ਤੇ ਦਰਜ ਹੈ। ਇਸ ਸ਼ਬਦ ਦੀ ਵਿਚਾਰ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਕਿਸ਼ਨ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਅੱਜ
ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਸਾਰੀਆਂ ਸੰਗਤਾਂ ਨੂੰ ਲੱਖ 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 ਵਧਾਈਆਂ। ਬੀਤੀ ਰਾਤ ਵੀ ਬੰਗਲਾ ਸਾਹਿਬ ਦੀਪਮਾਲਾ ਹੋਈ ਹੈ, ਅੱਜ ਰਾਤ ਵੀ ਹੋਏਗੀ। ਹਰ ਸਿੱਖ ਆਪਣੇ ਘਰ ਦੇ ਬਾਹਰ ਭਾਵੇਂ 2 ਦੀਵੇ ਜਗਾਵੇ, ਸਾਨੂੰ ਦੀਪਮਾਲਾ ਕਰਨੀ ਚਾਹੀਦੀ ਹੈ। ਭਾਵੇਂ ਡੱਬੇ ਵਿੱਚ 2 ਲੱਡੂ ਪਾ ਕੇ ਆਪਣੇ ਆਂਢ ਗੁਆਂਢ ਦੂਜੇ ਧਰਮਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਘਰਾਂ ਵਿੱਚ ਦਿਓ। ਇਹ ਸੁਨੇਹਾ ਦਿਓ ਕਿ ਸਾਡੇ ਪੈਗੰਬਰ ਦਾ, ਸਾਡੇ ਇਸ਼ਟ ਦਾ ਜਨਮ ਦਿਨ ਹੈ। ਸਾਡੇ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਪ੍ਰਕਾਸ਼ ਗੁਰਪੁਰਬ ਹੈ। ਔਰ ਸਾਡਾ ਪੈਗੰਬਰ, ਸਾਡਾ ਇਸ਼ਟ ਗੁਰੂ ਨਾਨਕ ਹੈ। ਆਪਾਂ ਸਾਰੇ ਗੁਰੂ ਸਾਹਿਬਾਨਾਂ ਦੀ ਵਡਿਆਈ ਕਰਦੇ ਕਰਦੇ ਇੱਕ ਸੁਨੇਹਾ ਦੇਣ ਵਿੱਚ ਪਿੱਛੇ ਰਹਿ ਗਏ ਕਿ ਜਿਵੇਂ ਕਿਸੇ ਧਰਮ ਦਾ ਮੁਰਸ਼ਦ ਈਸਾ ਹੈ, ਕਿਸੇ ਦਾ ਮੂਸਾ ਹੈ, ਕਿਸੇ ਦਾ ਮੁਹੰਮਦ ਹੈ, ਸਾਡਾ ਗੁਰੂ ਨਾਨਕ ਹੈ। ਇਹ ਸੁਨੇਹਾ ਆਪਾਂ ਬਹੁਤ ਦ੍ਰਿੜਤਾ ਨਾਲ ਦੇਣ ਦਾ ਯਤਨ ਕਰੀਏ। ਬਾਣੀ ਪੜ੍ਹੀਏ, ਬਾਣੀ ਨਾਲ ਜੁੜੀਏ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ। ਕੋਈ ਧਾਗਾ ਨਹੀਂ ਦਿੱਤਾ, ਕੋਈ ਤਵੀਤ ਨਹੀਂ ਦਿੱਤਾ, ਕੋਈ ਲਾਚੀਆਂ ਨਹੀਂ ਦਿੱਤੀਆਂ, ਕੋਈ ਫੂਕਾਂ ਨਹੀਂ ਮਾਰੀਆਂ। ਸਿੱਖ ਧਰਮ ਦੇ ਵਿੱਚ ਕੋਈ ਅੰਧ ਵਿਸ਼ਵਾਸ ਨਹੀਂ ਹੈਗਾ। ਨਾਨਕ ਕਹਿ ਘਰ ਕੇਵਲ ਨਾਮ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ। ਅੱਜ ਮੁੱਖ ਪੰਡਾਲ ਜਿਹੜੇ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਸਜੇ ਹਨ। ਦੇਰ ਰਾਤ ਤੱਕ ਸਮਾਗਮ ਹੋਣੇ ਨੇ। ਆਪ ਜੀ ਜ਼ਰੂਰ ਹਾਜ਼ਰੀਆਂ ਭਰੋ। ਗੁਰਪੁਰਬ ਨੂੰ ਸਮਰਪਿਤ ਸਿੱਖ ਸਾਹਿਤ ਚਿੱਤਰ ਪ੍ਰਦਰਸ਼ਨੀ ਬੰਗਲਾ ਸਾਹਿਬ ਲੱਗੀ ਹੈ। ਤਕਰੀਬਨ ਅਗਲੇ 7 ਦਿਨ ਹੋਰ ਰਹੇਗੀ। ਆਪ ਜੀ ਜ਼ਰੂਰ ਲਾਹੇਵੰਦ ਹੋਵੋ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਘਰਾਂ ਵਿੱਚ ਪੰਜਾਬੀ ਬੋਲਿਆ ਕਰੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗ ਸਕਣ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਜਿਉਂ ਬੁਲਾਏ ਤਿਉਂ ਬੋਲੀਏ, ਜਾਂ ਆਪ ਬੁਲਾਏ ਸੋਏ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸ਼ਰਨਾ, ਮਿਲੈ ਦਾਨ ਸੰਤਰੇਨ ਜੇ ਲਗ ਭਉਜਲ ਤਰਨਾ। ਬਿਨਤ ਕਰੋ ਅਰਦਾਸ ਸੁਨੋ, ਬਿਨਤ ਕਰੋ ਅਰਦਾਸ ਸੁਨੋ। ਜੇ ਠਾਕੁਰ ਪਾਵੈ ਦੇਹੋ ਦਰਸ਼, ਮਨ ਚਾਓ ਭਗਤ ਇਹੋ ਮਨ ਠਹਿਰਾਵੈ। ਭਲਿਓ ਚਿਰਾਗ, ਭਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਧਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ,
ਜਨ ਨਾਨਕ ਗੁਰ ਪਾਰ ਬ੍ਰਹਮ, ਜਨ ਨਾਨਕ ਗੁਰ ਪਾਰ ਬ੍ਰਹਮ। ਗੁਰ ਪੂਰਾ ਪਾਈਐ ਵਡ ਭਾਗੀ, ਗੁਰ ਕੀ ਸੇਵਾ ਦੁਖ ਨ ਲਾਗੀ। ਗੁਰ ਕਾ ਸ਼ਬਦ ਨ ਮੇਟੈ ਕੋਇ, ਗੁਰ ਕਾ ਸ਼ਬਦ ਨ ਮੇਟੈ ਕੋਇ। ਗੁਰ ਨਾਨਕ, ਗੁਰ ਨਾਨਕ, ਨਾਨਕ ਹਰਿ ਸੋਇ। ਗੁਰ ਨਾਨਕ, ਨਾਨਕ ਹਰਿ ਸੋਇ। ਗੁਰ ਸਿੰਘਾਸਨ ਤੇ ਰੱਬੀ ਜੋਤ ਪ੍ਰਕਾਸ਼ਮਾਨ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਰੱਬੀ ਜੋਤ ਸ਼ਬਦ ਗੁਰੂ, ਜ਼ਾਹਰ ਪੀਰ ਗੁਰੂ, ਪ੍ਰਤੱਖ ਹਰ ਕੀ ਮੂਰਤ ਗੁਰੂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਵਿੱਚ ਮਹਾਨ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਆ ਕੇ ਅੱਜ ਸਾਹਿਬ ਜੀ ਦੇ ਪਾਵਨ ਦਰ 'ਤੇ ਮਸਤਕ ਝੁਕਾਉਂਦੇ ਆ। ਗੁਰੂ ਨਾਨਕ ਆਗਮਨ ਪੁਰਬ ਦੀਆਂ ਬਖਸ਼ਿਸ਼ਾਂ ਝੋਲੀ ਵਿੱਚ ਪਵਾਉਂਦੇ ਆ। ਗੁਰੂ ਨਾਨਕ ਪਾਤਸ਼ਾਹ ਜੀ ਦੇ ਉਸ ਰੱਬੀ ਚਿਰਾਗ ਨਾਲ ਆਪਣੀ ਸੁਰਤ ਦੇ ਬੁਝੇ ਚਿਰਾਗ ਨੂੰ ਜੋੜ ਕੇ ਇਹ ਚਿਰਾਗ ਜਗਾਉਣ ਦੀ ਲਾਲਸਾ ਲੈ ਕੇ ਗੁਰੂ ਚਰਨਾਂ ਵਿੱਚ ਜੁੜ ਬੈਠਿਆ। ਸਮੂਹ ਗੁਰੂ ਸਵਾਰਿਆਂ ਨੂੰ ਬੜੇ ਅਦਬ ਤੇ ਸਤਿਕਾਰ ਸਹਿਤ ਗੁਰੂ ਨਾਨਕ ਆਗਮਨ ਪੁਰਬ ਦੀਆਂ ਬੇਅੰਤ ਵਧਾਈਆਂ ਦਿੰਦੇ ਆ ਅਤੇ ਸਾਰੀ ਸੰਗਤ ਨੂੰ ਆਪਣੇ ਵੱਲੋਂ ਤੇ ਸਮੂਹ ਪ੍ਰਬੰਧ ਵੱਲੋਂ ਜੀ ਆਇਆਂ ਕਹਿੰਦੇ ਆ। ਸਾਹਿਬ ਦੀ ਅਸੀਸ ਤੇ ਬਖਸ਼ਿਸ਼ ਪ੍ਰਾਪਤ ਕਰੀਏ ਜੋ ਅੱਜ ਅਸੀਂ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਤੇ ਨਾਲ ਹੀ ਨਾਲ ਧੰਨ ਗੁਰੂ ਨਾਨਕ ਆਗਮਨ ਪੁਰਬ ਦੇ ਸੰਬੰਧ ਵਿੱਚ ਕੁਝ ਇਤਿਹਾਸਕ ਤੇ ਸਿਧਾਂਤਕ ਵਿਚਾਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਮੈਂ ਹੱਥ ਜੋੜ ਕੇ ਗੁਰ ਮਰਿਆਦਾ ਨਿਭਾਵਨ ਹਿਤ ਪਾਵਨ ਫਤਿਹ ਨਾਲ ਸਾਂਝ ਪਾਵਨ ਲਈ ਸਾਰੀ ਸੰਗਤ ਨੂੰ ਸਾਵਧਾਨ ਕਰਦਾ। ਮੈਂ ਬੇਨਤੀ ਕਰਾਂਗਾ ਬਾਕੀ ਸਾਰਾ ਸਮਾਂ ਚੁੱਪ ਕਰਕੇ ਖਾਮੋਸ਼ ਹੋ ਕੇ ਬੈਠਣਾ, ਪਰ ਫਤਿਹ ਬੋਲਣ ਲੱਗਿਆਂ ਕਿਸੇ ਵੀ ਚੁੱਪ ਨਹੀਂ ਕਰਨਾ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 201 ਅੰਗ 'ਤੇ ਸੁਭਾਈਮਾਨ ਨੇ। ਇਹ ਪਾਵਨ ਸ਼ਬਦ ਗੌੜੀ ਰਾਗ 'ਚੋਂ ਉਚਾਰਨ ਕੀਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਜਿਸ ਨੂੰ ਆਪ ਜੀ ਨੇ ਹੁਣੇ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਸਾਹਿਬ ਜੀ ਦੇ ਪਾਵਨ ਰਸਨਾ ਤੋਂ ਉਹ ਸ਼ਬਦ ਸ਼ਰਵਣ ਕੀਤਾ। ਆਓ ਸਾਹਿਬ ਰਹਿਮਤ ਕਰਨ ਸ਼ਬਦ ਵਿਚਾਰ ਤੇ ਇਤਿਹਾਸਕ ਵਿਚਾਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੌੜੀ ਮਹੱਲਾ ਪੰਜਵਾਂ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਟਿਕ ਕੇ ਆਪਣੇ ਨਿਜ ਘਰ ਵਿੱਚ ਬਹਿ ਜਾਣਾ। ਸਤਿਗੁਰੂ ਆਪ ਜੀ ਦੇ ਕਾਰਜ ਸਵਾਰਨ ਲਈ ਆਪ ਆ ਜਾਵਣਗੇ। ਕਿਸੇ ਹੋਰ ਘਰ ਵੱਲ ਨਾ ਦੌੜਿਓ, ਜੰਤਰ ਮੰਤਰ ਵੱਲ ਨਾ ਦੌੜਿਓ, ਕਿਸੇ ਪਖੰਡ ਵਾਲੇ ਰਾਹ ਵੱਲ ਨਾ ਦੌੜਿਓ। ਗੁਰੂ ਨਾਨਕ ਦਾ ਘਰ ਛੱਡ ਕੇ ਕੋਈ ਹੋਰ ਆਸਰਾ ਲੱਭਣ ਲਈ ਨਾ ਜਾਇਓ। ਆਪਣੀ ਸੁਰਤ ਟਿਕਾਇਓ, ਅਸਥਿਰ ਰਹੋ, ਡੋਲੋ ਮਤ ਕਬ ਹੂੰ। ਗੁਰ ਕੈ ਬਚਨ ਆਧਾਰ, ਜੈ ਜੈਕਾਰ ਸਗਲ ਭੂ ਮੰਡਲ, ਮੁਖ ਉਜਲ ਦਰਬਾਰ।
मैं बेनती करा शरीरक तौर पर भी बाहर की भटक ना छड़ देना, मानसिक तौर पर भी अंदर टिकाऊ बना के गुरु नानक के पावन शब्द नाल जुड़ जाना। सतगुरु आप जी के सारे कारज सवारनगे। दो कारज जिंदगी विच सवारन की हर शख्स नूं बड़ी लोड़ है। एक है बाहर दे संसारक कारज, चाहे कारोबारी खेतर, चाहे बच्चों के कारज, चाहे जिंदगी विच कोई होर कामकार। मैं बेनती करा वो संसारक कारज भी सतगुरु सवार देंदे ने। एक है धर्म का कारज, अपने आत्मक स्वरूप की पहचान करके अपने आपे विच वाहिगुरु जी दे मिलाप करन दा कारज, जो कि गोबिंद मिलन की ये तेरी बरिया, वो भी कारज सतगुरु सेवक दे आप सवार देंदे हन जी। रहाओ दुष्ट दूत परमेश्वर मारे, जन की पैज रखी करतारे। जेड़े दुष्ट दूत, मैं बेनती करा बाहर भी कोई विरोधी होवे उसनूं भी मालिक आप रहमत करके रोगन ते और सोगन ते जल जोगन ते वो भांत बचावे। 70 अनेक चलावत कहाव, तो तन एक न लागन पावे। राखत है अपनों कर दे कर, पाप समूह न भेटन पावे। और की बात कहाँ कह तो सो पेट ही के पट बीच बचावे। वो बाहर दे दुष्ट दूत भी परमेश्वर आप सेवक की रखिया करदियां मार देंदे ने। हर जोग जोग भगत पाया पैज रखदा आया, राम राजे हर नाकश दुष्ट हर मारिया, प्रहलाद तराया। दुष्ट दूत परमेश्वर मारे। मैं बेनती करा जन की पैज रखी करतारे, अपने सेवक की इज्जत इस लोक विच भी मालिक रख लेंदे ने, परलोक विच भी उसकी इज्जत बचाई रखते हैं जी। बादशाह शाह सब वस कर दीने, अमृत नाम महारस पीने। वड्डे वड्डे बादशाह ते वड्डे वड्डे अमीर शाह लोग भी उस सेवक दे अधीन सेवादार बन जाते ने। मैं एक बेनती कर दियाँ, इत्थे ते बाबर वर्गे जाबर जुल्म करने वाले भी गुरु नानक अगे झुक जाते ने। मैं बेनती कर लगा, गल थोड़ी ध्यान च रखियो, अगर रब दा सिमरन करन वाला होवेगा ते दुनिया दी बाहर दी वड्डी तो वड्डी राजनीतिक शक्ति अते संसारक पक्ष दे अमीरां दी शक्ति उस सेवक दा कुछ नहीं बिगाड़ सकती। इत्थे साहब कहंदे ने उते अमृत नाम वाहिगुरु 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 सुरत विच टका के महारस है। ये दुनिया के सारे रसां तो सरमोर रस है, वो सेवक पीन लग जाता है। एक रस है जो बाहर दे मूँह राही रसना रस चखदी है, पर नाम दा रस ऐसा रसना भी चखदी है, अंदर दी सुरत भी उस नाम रस नूं चख के आनंदित हो जाती है जी। निरपव होए भजो भगवान, साध संगत मिल कीनो दान। साध संगत दे राही मेरे वाहिगुरु जी गुरुदेव पातशाह जी ने मेरी झोली भी एक दान पा दिता। थोड़ी गल ध्यान च रखियो, संगत विच आए ते संगत वो सी जिथे गुरु ग्रंथ साहब सुभाई मान सन। जह सतगुर तह सतसंगत बनाई, ऐसी साध संगत विच आए ते ऐसा दान गुरु ने झोली विच पा दिता। हुण निरभै हो के खौफ मुक गए, डर मुक गए। वाहिगुरु जी दे भजन ते सिमरन विच सुरत टिक जाती है जी। शरण परे प्रभ अंतरजामी, वो अंतरजामी है, वो घट घट के अंतर की जानत वाहिगुरु जी जानते ने मेरे अंदर की पीड़ा की है, मेरे अंदर की हालत की है, मैं अंदरों धर के किहड़ी अवस्था विच हाँ। उस अंतरजामी वाहिगुरु जी की शरण विच पै गए। उस कोलों कुछ लुकाया छुपाया नहीं जा सकता। मालिक अगे आखिया पातशाह तुसी जानते हो मैं जैसा भी हाँ, भला हाँ बुरा हाँ, पर आप जी की शरण विच आ गया हाँ ना, रहमत कर दिओ। अंतरजामी नूं अंतरजामी जान के उसकी शरनागत हो गए ते मालिक ने की रहमत की थी। नानक ओट पकड़ी प्रभ स्वामी, उस स्वामी की
ओट पकड़ ली, सहारा ले लिया। ये समझिया भी मेरी जिंदगी का इको एक आसरा है, वो है मेरा वाहिगुरु। मैं मन तेरी टेक मेरे प्यारे, मैं मन तेरी टेक। ते जिन्हां ने गुरु की ओट ले लई, वाहिगुरु जी के सिमरन विच जुड़ गए, उन्हां दी जिंदगी के सारे कारज गुरु नानक पातशाह जी की रहमत नाल सारे सवर गए। एक समा आया, कलयुग पसर गया, धरती पाप नाल बड़ी भारी हो गई। मैं बेनती करांगा, बाहर संसार विच कोई पंड भारी हो जाती है, बाहर संसार विच कोई ऐसे वस्तुआं का इकट्ठ कर लईए, वो कह लईए अटैची केस भारा हो गया, कोई कपड़े की पंड भारी हो गई। पर जदों इस धरती ते पाप वध गए, घर घर मैं बेनती करा, लड़ाई झगड़े खै खै जलन बांस अंगियारा, वो राजे पाप कमांदे, उल्टी वाड़ खेत को खाई दी हालत हो गई। इस धरती ने मैं बेनती करा, वो पापियां दा भार झलन तो असमर्था प्रगटाई ते उस करते पुरख वाहिगुरु जी के चरणों विच अरदास की। कल मल होई मेदनी अरदास करे लिव लाए। गल ध्यान च रखियो, कुछ अरदास व्यक्ति करते ने, कोई धर्म के बंदे अरदास करते ने, पर कदी ये धरती भी अरदास करती है। तो अरदास भी लिव ला के वाहिगुरु जी नाल ध्यान जोड़ के ये धरती ने अरदास की, मालिक मैनू बनाया जे, पर मेरे ते पापां दा इतना भार हो गया, रहमत करो, मेरा भार उतार दिओ। ते कलमल होई मेदनी अरदास करे लिव लाए, सच्चा सुनिया कन दे, धीरक देवै सहज सुभाए। सच्चा वाहिगुरु जी ने धरती की अरदास नूं वो कन दे के सुनिया। मैं छोटी जी बेनती करदी हाँ, कदी भी अरदास करनी होवे, जिवें उस समय धरती ने अरदास की, गुण पल्ले बन्निओ। एक ते लिव ला के, ते लिव दे अर्थ ने वाहिगुरु जी नूं अपना प्यारा जान के, हाजिर नाजिर जान के, एक मन हो के अरदास कर ली जाए, तो वाहिगुरु जी कन दे के उसकी अरदास सुन लेते हैं। सच्चा सुनिया कन दे, धीरक देवै सहज सुभाए। उस वाहिगुरु जी ने, वाहिगुरु जी की रहमत बख्शिश ने धरती नूं दिलासा दिता, धीरज दिता, मैं तेरा भार आप आके उतारांगा। वो निरंकार आकार जोत जग मंडल करियो, वाहिगुरु जी आप ये पुकार सुन के आए। सुनी पुकार दतार प्रभ गुरु नानक जग माहे पठाया। उस पुकार नूं सुन के मैं बेनती करांगा, वो पुकार धरती दी सी, वो पुकार सज्जन ठग दे शकंजे विच फस के मरदियां मरदियां लोगां दी पुकार सी। वो पुकार कौडे राक्षस दे कड़ाहे विच तलदियां होयां दी पुकार सी। वो पुकार बाबर दे जबर हेठ सुत्तियां पियां नूं अग ला के साड़ देना, उन्हां मरदियां मरदियां दी पुकार सी। वो पुकार नूर उनसा जादूगरनी दे जादू विच फसियां होयां लोगां दे अंदरों उठी पुकार सी। वो पुकार बहुत सारे पखंड चलाउण वाले पखंडी पखंड विच फस गए सन, ये पुकार उन्हां दी सी। वो पुकार दतार पिता ने सुनी। मैं बेनती करा, इस धरती ते राय भोएं दी तलवंडी ते वो गुरु नानक पातशाह जी दे आगमन होने का समा आ गया। बड़ा अजीब जिहा नक्शा सी। मैं बेनती कर लगा, इस समय पिता कल्याण दास जी बाहर इंतजार विच ने, अंदर माता तृप्ता जी अते दौलतां दाई ये अंदर ने, बड़ी बेसबरी नाल इंतजार हो रही है, अंदरों की खबर आती है। समा थोड़ा थोड़ा लंघदा जांदा है, अंदर सबर होर। मैं बेनती करा, इतना शिखर ते पहुँच गया, इतने नूं अंदरों दरवाजा खुलिया ते दौलतां दाई दे चेहरे ते बड़ा नूर, हसदी नचदी टपदी बहुत खुशी विच भरी हुई आई। ते आउंदियां सार कहंदी है, पिता जी आप जी नूं वधाई होवे, वधाई होवे।
ਤੇ ਉਸ ਵਧਾਈ ਦੇ ਬੋਲਾਂ ਨੂੰ ਸੁਣ ਕੇ ਪਿਤਾ ਜੀ ਪੁੱਛ ਲਿਆ, ਦੌਲਤਾਂ ਘਰ ਵਿੱਚ ਕਾਕਾ ਆਇਆ? ਤੇ ਦੌਲਤਾਂ ਦਾਈ ਨੇ ਨਾ ਵਿੱਚ ਸਿਰ ਹਿਲਾਇਆ ਵੀ ਨਹੀਂ। ਤੇ ਥੋੜੀ ਜਿਹੀ ਖਾਮੋਸ਼ੀ ਵਿੱਚ ਹੋ ਕੇ ਪੁੱਛਦੇ ਨੇ, ਦੌਲਤਾਂ ਘਰ ਵਿੱਚ ਕਾਕੀ ਆਈ ਹੈ? ਤੇ ਫਿਰ ਨਾ ਵਿੱਚ ਸਿਰ ਹਿਲਾਇਆ ਵੀ ਨਹੀਂ। ਪਿਤਾ ਜੀ ਜਰਾ ਕੁ ਖਿੱਚ ਕੇ ਕਹਿੰਦੇ ਨੇ, ਦੌਲਤਾਂ ਘਰ ਵਿੱਚ ਕਾਕੀ ਨਹੀਂ ਆਈ, ਘਰ ਵਿੱਚ ਕਾਕਾ ਨਹੀਂ ਆਇਆ, ਵਧਾਈ ਕਿਸ ਗੱਲ ਦੀ ਦੇ ਰਹੀ ਹੈ? ਤੇ ਦੌਲਤਾਂ ਕਹਿਣ ਲੱਗੀ, ਪਿਤਾ ਜੀ ਤੁਹਾਡੇ ਘਰ ਵਿੱਚ ਨਾ ਕਾਕੀ ਆਈ ਹੈ, ਤੁਹਾਡੇ ਘਰ ਵਿੱਚ ਨਾ ਕਾਕਾ ਆਇਆ, ਤੁਹਾਡੇ ਘਰ ਵਿੱਚ ਖੁਦ ਕਰਤਾਰ ਆਪ ਆਇਆ ਹੈ। ਬਹੁ शिष जन्मे मम कर माही, ये अचरज कब देखियो नाही, दीर्घ नरजियों बिलास मिले हैं, त्यो इन कीते शब्द भले हैं। इन्हां हत्थां नाल अज तक बड़े शिशु जन्मे, बहु शिशु जन्मे मम कर माही, मैं बड़े बच्चों ਨੂੰ जन्म दिवाया। ਇਹੋ ਜਿਹਾ ਕੌਤਕ ਅੱਜ ਤੱਕ ਨਹੀਂ ਵੇਖਿਆ। ਇਹ ਆਏ ਜਦੋਂ ਮੈਂ ਇਹਨਾਂ ਦੇ ਤਨ ਨੂੰ ਛੋਇਆ, ਮੇਰਾ ਰੋਮ ਰੋਮ ਪੁਲਕਤ ਹੋ ਗਿਆ, ਇੱਕ ਚਰਨਾਟ ਜੀ ਛਿੜ ਗਈ। ਜਦੋਂ ਮੈਂ ਇਹਨਾਂ ਦੇ ਚਿਹਰੇ ਵੱਲ ਤੱਕਿਆ, ਮੁਸਕਰਾਉਂਦੇ ਆਏ, ਹੱਸਦੇ ਆਏ। ਅੱਜ ਤੱਕ ਜਿਹੜਾ ਬੱਚਾ ਜਨਮਿਆ ਉਹ ਰੋਂਦਾ ਆਇਆ, ਪਰ ਮੈਂ ਪਹਿਲੀ ਵਾਰ ਵੇਖਿਆ ਇਹ ਹੱਸਦੇ ਆਏ। ਤੇ ਇਹਨਾਂ ਦਾ ਹਾਸਾ ਵੀ ਬੱਚਿਆਂ ਵਰਗਾ ਹਾਸਾ ਨਹੀਂ ਸੀ, ਬਜ਼ੁਰਗਾਂ ਵਰਗਾ ਹਾਸਾ ਲੈ ਕੇ ਆਏ। ਦੀਰਘ ਨਰ ਜਿਉਂ ਬਿਲਾਸ ਮਿਲੇ ਹੈ। ਮੈਂ ਬੇਨਤੀ ਕਰਾਂਗਾ, ਬੱਚਿਆਂ ਦਾ ਹਾਸਾ ਹੋਰ ਤਰ੍ਹਾਂ ਦਾ, ਨੌਜਵਾਨਾਂ ਦਾ ਹਾਸਾ ਹੋਰ ਤਰ੍ਹਾਂ ਦਾ, ਬਜ਼ੁਰਗਾਂ ਦਾ ਹਾਸਾ ਉਹ ਗੰਭੀਰ, ਬਹੁਤ ਸ਼ਾਂਤਮਈ ਮੁਸਕਰਾਨ ਵਿੱਚ ਇਹ ਆਏ। ਆਉਂਦਿਆਂ ਸਾਰ ਮੈਂ ਬੇਨਤੀ ਕਰਾਂ, ਮੇਰਾ ਆਪਣਾ ਆਪਾ ਦਰਸ਼ਨ ਦੀਦਾਰ ਕਰਦਿਆਂ ਇੱਕ ਅਗੰਮੀ ਜੇ ਨੂਰ ਵਿੱਚ ਭਰ ਗਿਆ। ਐ ਪਿਤਾ ਜੀ, ਮੈਂ ਸੱਚ ਕਹਿੰਦੀ ਹਾਂ, ਤੁਹਾਡੇ ਘਰ ਵਿੱਚ ਕੋਈ ਸੰਸਾਰਕ ਬਾਲਕ ਨਹੀਂ ਜਨਮਿਆ, ਤੁਹਾਡੇ ਘਰ ਵਿੱਚ ਕਰਤਾਰ ਨੇ ਆਪ ਅਵਤਾਰ ਧਾਰਿਆ। ਇਹ ਗੱਲ ਸੁਣਦਿਆਂ ਸਾਰ ਪਿਤਾ ਜੀ ਚਾਹ ਵਿੱਚ ਭਰ ਗਏ। ਦੌਲਤਾਂ ਨੂੰ ਕਹਿੰਦੇ ਨੇ, ਰੁਕ। ਅੰਦਰ ਗਏ, ਇੱਕ ਥਾਲ ਵਿੱਚ ਰੁਪਈਏ ਭਰੇ, ਕੁਝ ਮਠਿਆਈ ਨਾਲ ਰੱਖੀ, ਲਿਆ ਕੇ ਦੌਲਤਾਂ ਨੂੰ ਕਿਹਾ, ਦੌਲਤਾਂ ਵਧਾਈ ਲੈ ਲੈ। ਤੇ ਦੌਲਤਾਂ ਨੇ ਨਾ ਕੀਤੀ, ਪਿਤਾ ਜੀ ਨਾ ਨਾ ਮੈਂ ਨਹੀਂ ਲੈ ਲਈ। ਪਿਤਾ ਜੀ ਕਹਿੰਦੇ ਨੇ, ਦੌਲਤਾਂ ਵਧਾਈ ਕਦੀ ਮੋੜੀ ਦੀ ਹੈ, ਪੈਸੇ ਥੋੜ੍ਹੇ ਲੱਗਦੇ, ਮੈਂ ਹੋਰ ਲਿਆ ਦਿੰਦਾ। ਤੇ ਦੌਲਤਾਂ ਕਹਿੰਦੀ, ਪਿਤਾ ਜੀ ਕੀ ਗੱਲ ਪਏ ਕਰਦੇ ਹੋ? ਅੱਜ ਮੈਂ ਜਿਨ੍ਹਾਂ ਦੇ ਤਨ ਨੂੰ ਛੋਹ ਕੇ ਅਜੀਬ ਜਿਹੀ ਚਰਨਾਹਟ ਮਹਿਸੂਸ ਕੀਤੀ, ਜਿਨ੍ਹਾਂ ਦੇ ਦਰਸ਼ਨ ਦੀਦਾਰ ਕਰਕੇ ਮੈਂ ਆਪਣਾ ਆਪਾ ਇਤਨਾ ਅਮੋਲਕ ਜੇ ਰਸ ਨਾਲ ਭਰ ਲਿਆ, ਅੱਜ ਇਹਨਾਂ ਦੇ ਦਰਸ਼ਨ ਦੀਦਾਰ ਦੇ ਬਦਲੇ ਮੈਂ ਪੈਸੇ ਲਵਾਂ? ਮੇਰਾ ਜੀ ਚਾਹੁੰਦਾ ਅੱਜ ਮੇਰੇ ਕੋਲ ਸਾਰੀ ਦੁਨੀਆ ਦੀ ਦੌਲਤ ਹੋਵੇ, ਇਹਨਾਂ ਦੇ ਸਿਰ ਤੇ ਉਹ ਨੌਸ਼ਾਵਰ ਕਰਕੇ ਤੇ ਵੰਡ ਦਿਆਂ। ਵਾਹ! ਦੌਲਤਾਂ ਦਾਈ ਕਹਿਣ ਲੱਗੀ, ਮੇਰਾ ਨਾਂ ਦੌਲਤਾਂ, ਘਰ ਵਿੱਚ ਪੁੱਤਰ ਜੰਮਦੇ, ਉਹ ਮੈਨੂੰ ਪੈਸੇ ਦਿੰਦੇ, ਮੈਂ ਦੌਲਤ ਦੀ ਭੁੱਖੀ ਕਹਿੰਦੀ ਪੈਸੇ ਥੋੜ੍ਹੇ ਦਿੱਤੇ ਜੀ, ਪੈਸੇ ਹੋਰ ਦਿਓ। ਅੱਜ ਇਹਨਾਂ ਦੇ ਦਰਸ਼ਨ ਦੀਦਾਰ ਕਰਕੇ ਮੈਨੂੰ ਇੰਜ ਲੱਗਦਾ ਜਿਵੇਂ ਸੱਚੀ ਦੌਲਤ ਦੋ ਜਹਾਨ ਦੀ ਮੈਨੂੰ ਮਿਲ ਗਈ ਹੋਵੇ। ਤੇ ਮੈਂ ਬੇਨਤੀ ਕਰਾਂ, ਇਹ ਗੱਲ ਰਾਏ ਭੋਏ ਦੀ ਤਲਵੰਡੀ ਦੇ ਘਰ ਘਰ ਫੈਲ ਗਈ। ਬਸ ਗੱਲ ਕੀ ਸੀ, ਜਾਣੇ ਪਹਿਚਾਨੇ ਪਿਤਾ ਜੀ ਬਹੁਤ ਵੱਡੀ ਜ਼ਮੀਨ ਜਾਇਦਾਦ ਦੇ ਮਾਲਕ, ਤੇ ਫਿਰ ਪੇਸ਼ਖਾਨਾ ਪਟਵਾਰੀ ਦਾ ਵੀ। ਮੈਂ ਬੇਨਤੀ ਕਰਾਂ, ਨਗਰ ਨਿਵਾਸੀ ਅੱਜ ਇਹ ਗੱਲ ਸੁਣ ਕੇ, ਇਹਨਾਂ ਦੇ ਘਰ ਕੋਈ ਪੁੱਤਰ ਨਹੀਂ ਜਨਮਿਆ, ਇਹਨਾਂ ਦੇ ਘਰ ਤੇ ਨਿਰੰਕਾਰ ਆਪ ਆਇਆ, ਚਲੋ ਦਰਸ਼ਨ ਵੀ ਕਰ ਆਈਏ ਤੇ ਪਿਤਾ ਜੀ ਨੂੰ ਮਾਤਾ ਜੀ ਨੂੰ ਵਧਾਈ ਵੀ ਦੇ ਆਈਏ। ਬਸ ਬਾਜਤ ਵਧਾਈ आज बेती कालू बार कहर, ताकि तुहन तमक तसी है पुर बार बार, देन को बधाई ताई माई और ताई ताई, बालक पे बंदना करत फुन बार बार। इतिहासकार लिखते ने, अज माता जी नू पिता जी नू नगर निवासी ਵਧਾਈਆਂ ਤੇ ਦਿੰਦੇ ਨੇ, पर बच्चे दे सिर ते हथ रख के असीस नहीं देंदे, बल्कि चरना वल मस्तक झुका के असीस लैन दी लालसा रखी बैठे ने। ये सानू असीस दे देन, रहमत दाते दी बख्शिश नाल राय भोए दी तलवंडी दे नगर दे मालक
ਰਾਏ ਬੁਲਾਰ ਨੂੰ ਵੀ ਪਤਾ ਚੱਲਿਆ ਮੇਰੇ ਨਗਰ ਵਿੱਚ ਰੱਬ ਆਇਆ, ਨਿਰੰਕਾਰ ਆਇਆ, ਰਾਏ ਬੁਲਾਰ ਵੀ ਆਇਆ, ਆਕੇ ਮਸਤਕ ਝੁਕਾਇਆ ਤੇ ਇੰਜ ਮਹਿਸੂਸ ਕੀਤਾ ਮੈਂ ਜਿਸ ਦੀ ਅੱਜ ਤੱਕ ਇਬਾਦਤ ਕਰਨ ਵਾਸਤੇ ਮਸੀਤੇ ਜਾਂਦਾ ਰਿਹਾ ਉਹ ਮੇਰਾ ਰੱਬ ਅੱਲਾ ਖੁਦਾ ਅੱਜ ਮੇਰੀ ਧਰਤੀ ਤੇ ਆ ਗਿਆ, ਮੇਰੀ ਧਰਤੀ ਦੇ ਧੰਨ ਭਾਗ ਹੋ ਗਏ। ਮੈਂ ਬੇਨਤੀ ਕਰ ਲੱਗਾ ਗੁਰੂ ਨਾਨਕ ਆਗਮਨ ਦੇ ਬਸ ਇਸ ਅਮੋਲਕ ਜੇ ਦ੍ਰਿਸ਼ ਨਾਲ ਇਸ ਘਰ ਦਾ ਵਾਤਾਵਰਨ ਬਦਲ ਗਿਆ। ਨਗਰ ਨਿਵਾਸੀਆਂ ਦਾ ਇੱਕ ਇੱਕ ਦਰਸ਼ਨ ਦੀਦਾਰ ਕੀਤਿਆਂ ਅੰਦਰਲਾ ਆਪਾ ਸਰਸ਼ਾਰ ਹੋ ਕੇ ਰਸ ਨਾਲ ਭਰ ਗਿਆ। ਸਮਾਂ ਥੋੜ੍ਹਾ ਜਿਹਾ ਗੁਜ਼ਰਿਆ, ਸਰੀਰਕ ਤੌਰ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਰਬਲਾ ਅਜੇ ਥੋੜ੍ਹੀ ਜਿਹੀ ਹੋਰ ਵਡੇਰੀ ਹੋਈ। ਇੱਕ ਦਿਨ ਤੇ ਚੁੱਪ ਕਰਕੇ ਬੈਠ ਗਏ, ਨਾ ਬੋਲਦੇ, ਨਾ ਖਾਂਦੇ, ਨਾ ਹੱਸਦੇ, ਨਾ ਖੇਡਦੇ। ਮਾਤਾ जी ने बुलाने की कोशिश की, बोले नहीं है, क्या कुछ खा लो, खाते नहीं है। मेरे पातशाह जी उठ के किधरे जाते भी नहीं है तो जाता भी ये ठीक नहीं है। ये परिवार विच जिसनों अज की भाषा विच कहने आ फैमिली डॉक्टर, ये वैद घर विच किसी नूं लोड़ होवे बुलाया जाता। वैद हरिदास नूं सुनेहा भेजिया घर आओ, बालका ठीक नहीं है, लो वैद हरिदास आया, नाल दवाइयां देने वाला एक थैला भी चुक के लै आया। गुरु नानक पातशाह जी दे कोल बैठा है, पहला चेहरे वाल तकिया। मैं बेनती करा, सियाने कहंदे ने डॉक्टर दे 4 गुण हुंदे ने, नज़र बाज की, दिमाग अफलातून का, जिगरा शेर का, हाथ खातून का। वैद ने नज़र भर के तकिया, समझ कुछ नहीं आई भी रोग की है, पास बैठ गया। गुरु नानक पातशाह जी की बांह फड़ी, नबज देखने दे वास्ते हाथ दियां पहलियां 3 उंगलां गुट छड्ड के रखियां ने। करीब 2-3 मिनट नबज नूं फड़ के रखना सी, नबज की चाल देखनी सी भी किवें टपदी है, नबज की स्पीड देखनी सी भी किवें चलदी है। ये वैद दे नबज देखण दे तरीके ने। जां गुरु बाबा जी की बाजू पकड़ी, मेरे पातशाह जी ने वैद हरिदास वाल नज़र भर के तकदियां जरा क झटका दिता, बांह छुड़ा ली ते बांह छुड़ा के कहंदे ने वैद जी की करदे हो? ते वैद कहन लगा मैं तुहाडा रोग वेखण लगा। मेरे पातशाह कहंदे ने तैनूं रोग वेखना आउंदा? भाई कमाल की गल हो गई। छोटा जिहा बालक वैद हरिदास की नज़र में, छोटा जिहा बालक ये मैनू कह रहे ने तैनू रोग वेखना आंदा है। मेरे पातशाह जी कहन लगे वैद गल सुन। वैद बुलाया वैदगी, पकड़ टंडोले बांह, भोला वैद ना जाने करक कलेजे माहे। ओ वैद तैनू की पता है मैनू दर्द की है, मैनू पीड़ा की है, मैनू करक कलेजे विच है, मेरे नबज विचों रोग केड़ा पिया लभदा है। मैं बेनती करा ना 2 पंक्तियां का तर्जमा एक अदीब किया है। वैद ने जब नबज देखी आपने फौरन कहा अरे किस मर्ज की जुस्तजू में नबज पे रखते हो हाथ, मुझको दर्द इश्क है और इश्क है मौला के साथ। मैं अपने रब दे बिरहा विच उस दे प्रेम विच भिजा खामोश बैठा हाँ। पर वैद गल सुन, तू जाना घर कर, तू वेखना है रोगियां दे रोग, पर एक तरीका सिख लै इस रोग की है। ये लभन तो पहला ये जानी रोग पैदा कित्थों होया, ध्यान च रखियो। की आखिया ने ये वेखना कि रोग की है, ये बाद विच वेखी, पहला सोची ये रोग पैदा कित्थों होया है। मेरे पातशाह जी वाल वेद तकदा तकदा हैरान हो गया। साहब जी कहन लगे खसम विसार किए रस भोग, तां तन उठ खलोए रोग, जदों रब नूं भुला के स्वादू भोजन खावांगे। मैं बेनती करा ज़्यादा खावांगे वो पता नहीं की कुछ खा जावांगे, उथों तन विच रोग पैदा होवेगा। खसम विसार किए रस भोग, ता तन उठ खलोए रोग, मन अंधे को मिला सजाए, वैद ना भोले दारू लाए। मैं बेनती करा वैद दे हाथ जुड़ गए, मस्तक झुकाया, आखिया मैं इन्हां दा रोग की दूर करांगा, ते सारी दुनिया का इलाज करने वास्ते आए ने। मेरा वैद गुरु गोबिंदा हर हर नाम औखद मुख देवै, काटै जम की फंदा।
ਉਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਦਿਨ ਅੰਦਰ ਲੇਟੇ ਪਏ ਨੇ। ਘਰ ਵਿੱਚ ਇੱਕ ਸੇਵਾ ਕਰਨ ਵਾਲੀ ਤੁਲਸਾ ਦਾਸੀ ਕਰਕੇ ਰਹਿੰਦੀ, ਨੌਕਰਾਨੀ ਨਹੀਂ ਹੈ। ਇਤਿਹਾਸਕਾਰ ਇਸ ਨੂੰ ਤੁਲਸਾ ਦਾਸੀ ਕਹਿੰਦੇ ਨੇ। ਦਾਸੀ ਵਿੱਚ ਤੇ ਨੌਕਰਾਨੀ ਵਿੱਚ ਬੜਾ ਫਰਕ ਹੁੰਦਾ ਹੈ। ਉਹ ਸਿਰਫ ਪੈਸੇ ਲੈਣ ਤੱਕ ਸੀਮਤ ਰਹਿ ਕੇ ਕੰਮ ਕਰਦੀ ਹੈ, ਪਰ ਦਾਸ ਤੇ ਦਾਸੀ ਭਾਵ ਵਾਲੇ ਉਹ ਪੈਸੇ ਤੇ ਲੈਂਦੇ ਨੇ, ਪਰ ਅੰਦਰ ਇੱਕ ਭਾਵਨਾ ਭਰੀ ਹੁੰਦੀ ਹੈ। ਇਸ ਅੰਦਰ ਭਾਵਨਾ ਹੈ, ਮੈਂ ਇਸ ਘਰ ਵਿੱਚ ਸੇਵਾ ਕਰਨ ਆਈ ਹਾਂ ਜਿੱਥੇ ਰੱਬ ਆਏ ਨੇ, ਨਿਰੰਕਾਰ ਆਏ ਨੇ। ਇਹ ਤੁਲਸਾ ਦਾਸੀ ਨੂੰ ਮਾਤਾ ਜੀ ਆਖਿਆ ਭੋਜਨ ਤਿਆਰ ਹੈ। ਤੁਲਸਾ ਮੇਰੇ ਗੁਰੂ ਨਾਨਕ ਨੂੰ ਅੰਦਰੋਂ ਉਠਾ ਲਿਆ, ਸਾਹਮਣੇ ਲੇਟੇ ਹੋਏ ਪਲੰਘ ਤੇ ਜਾ ਵੇਖਦੀ ਏ ਤੇ ਸੋਚਦੀ ਏ ਇਹਨਾਂ ਨੂੰ ਬੁਲਾਵਾਂ, ਆਵਾਜ਼ ਦੇਵਾਂ, ਪਤਾ ਨਹੀਂ ਕਿਹੜੀ ਮਸਤੀ ਵਿੱਚ ਲੇਟੇ ਹੋਏ ਨੇ। ਫਿਰ ਸੋਚਦੀ ਏ ਹਿਲਾ ਕੇ ਉਠਾਵਾਂ, ਨਾ। ਫਿਰ ਮਨ ਵਿੱਚ ਖਿਆਲ ਆਇਆ ਇਹਨਾਂ ਦੇ ਚਰਨਾਂ ਤੇ ਮਸਤਕ ਰੱਖ ਦਿੰਦੀ ਹਾਂ, ਚਰਨ ਛੋਹ ਨਾਲ ਅੱਖਾਂ ਤੇ ਖੋਲਣਗੇ ਨਾ, ਉੱਠ ਬੈਠਣਗੇ। ਇਸ ਭਾਵਨਾ ਨਾਲ ਗਈ, ਚਰਨਾਂ ਤੇ ਮਸਤਕ ਰੱਖਿਆ। ਇੱਕ ਅਜੀਬ ਜਿਹਾ ਨਜ਼ਾਰਾ ਵੇਖ ਕੇ ਵਾਪਸ ਆ ਕੇ ਕਹਿੰਦੀ ਏ ਮਾਤਾ ਜੀ ਗੁਰੂ ਨਾਨਕ ਅੰਦਰ ਨਹੀਂ ਹੈ, ਗੁਰੂ ਨਾਨਕ ਅੰਦਰ ਨਹੀਂ ਹੈ। ਤੇ ਤੁਲਸਾ ਦਾਸੀ ਦੀ ਗੱਲ ਸੁਣ, ਮਾਤਾ ਜੀ ਕਹਿੰਦੇ ਨੇ ਤੁਲਸਾ ਝੱਲੀ ਹੋ ਗਈ ਹੈ, ਮੈਨੂੰ ਬਾਹਰ ਬੈਠਿਆਂ ਪਿਆ ਦਿਸਦਾ ਵੀ ਉਹ ਸਾਹਮਣੇ ਲੇਟੇ ਹੋਏ ਨੇ, ਤੇ ਤੂੰ ਅੰਦਰ ਜਾ ਕੇ ਕੋਲ ਖਲੋ ਕੇ ਮਸਤਕ ਝੁਕਾ ਕੇ ਵਾਪਸ ਆ ਕੇ ਮੈਨੂੰ ਕਹਿੰਦੀ ਹੈ ਵੀ ਗੁਰੂ ਨਾਨਕ ਅੰਦਰ ਨਹੀਂ ਹੈ। ਕਹਿੰਦੀ ਜਦੋਂ ਮੈਂ ਚਰਨਾਂ ਤੇ ਮਸਤਕ ਝੁਕਾਇਆ ਮੈਂ ਕੀ ਦੇਖਿਆ, ਇਹਨਾਂ ਦਾ ਕੋਈ ਸੇਵਕ ਹੈ ਜਿਸ ਦਾ ਨਾਮ ਸੀ ਭਾਈ ਮਨਸੁਖ, ਇਹਨਾਂ ਦਾ ਕੋਈ ਸੇਵਕ ਹੈ, ਉਸ ਦਾ ਡੁੱਬਦਾ ਜਹਾਜ਼ ਤਾਰਨ ਵਾਸਤੇ ਗੁਰੂ ਨਾਨਕ ਗਏ ਹੋਏ ਨੇ। ਕੱਲ ਤਾਰਨ ਗੁਰੂ ਨਾਨਕ ਆਇਆ। ਇਹ ਹਕੀਕਤ ਹੈ, ਬਾਹਰ ਦਾ ਬੇੜਾ ਵੀ ਕਦੀ ਡੁੱਬਦਾ ਹੋਵੇ, ਗੁਰੂ ਨਾਨਕ ਪਾਤਸ਼ਾਹ ਭਾਈ ਮਨਸੁਖ ਦਾ ਬੇੜਾ ਤਾਰਨ ਚਲੇ ਜਾਂਦੇ ਨੇ। 9ਵੇਂ ਜਾਮੇ ਵਿੱਚ ਭਾਈ ਮੱਖਣ ਸ਼ਾਹ ਦਾ ਬੇੜਾ ਤਾਰਨ ਚਲੇ ਜਾਂਦੇ ਨੇ। ਅਗਰ ਕਿਸੇ ਦੇ ਜੀਵਨ ਦਾ ਪਰਿਵਾਰਕ ਬੇੜਾ, ਕਾਰੋਬਾਰੀ ਖੇਤਰ ਦਾ ਬੇੜਾ, ਸਮਾਜਿਕ ਬੇੜਾ, ਰਾਜਨੀਤਿਕ ਬੇੜਾ ਤੇ ਧਾਰਮਿਕ ਬੇੜਾ ਡੁੱਬਦਾ ਹੋਵੇ, ਗੁਰੂ ਨਾਨਕ ਦੇ ਚਰਨਾਂ ਦਾ ਆਰਾਧਨ ਕੀਤਿਆਂ ਉਹ ਬੇੜਾ ਡੁੱਬਣ ਨਹੀਂ ਦਿੰਦੇ, ਉਹ ਤੇ ਤਾਰਨ ਵਾਸਤੇ ਆਏ ਨੇ। ਕੱਲ ਤਾਰਨ ਗੁਰੂ ਨਾਨਕ ਆਇਆ। ਆਰ ਬਲਾ ਥੋੜੀ ਜਿਹੀ ਵਡੇਰੀ ਹੋਈ ਏ। ਅੱਜ ਮੱਝਾਂ ਚਾਰਨ ਦੇ ਲਈ ਪਿਤਾ ਜੀ ਭੇਜੇ ਹੈ, ਮੱਝਾਂ ਚਾਰਨ ਚਲੇ ਗਏ ਨੇ। ਮੈਂ ਬੇਨਤੀ ਕਰਦੇ ਹਾਂ ਕਦੇ ਵੀ ਆਪ ਪਾਕਿਸਤਾਨ ਗੁਰਧਾਮ ਯਾਤਰਾ ਜਾਓ ਤੇ ਸਾਡੀਆਂ ਅੱਖਾਂ ਸਾਹਮਣੇ ਉਹ ਅੱਜ ਵੀ ਗੁਰਦੁਆਰਾ ਗਵਾਹੀ ਪਿਆ ਭਰਦਾ, ਗੁਰਦੁਆਰਾ ਕਿਆਰਾ ਸਾਹਿਬ। ਮੇਰੇ ਪਾਤਸ਼ਾਹ ਜੀ ਖਾਮੋਸ਼ ਚੁੱਪ ਕਰਕੇ ਬੈਠੇ ਨੇ। ਇਹ ਨਹੀਂ ਹੈ ਵੀ ਸੌਂ ਗਏ ਨੇ। ਗੁਰੂ ਨਾਨਕ ਕਿਰਤ ਵਿੱਚ ਵੀ ਬਹੁਤ ਸਾਵਧਾਨੀ ਵਰਤਣ ਵਾਲੇ ਨੇ। ਉਹ ਕਦੇ ਵੀ ਅਣਗਹਿਲੀ ਕਰਨ ਵਾਲੇ ਨਹੀਂ, ਪਰ ਅਜੀਬ ਜਿਹਾ ਕੌਤਕ ਵਰਤਾਨਾ ਸਾਨੇ ਚੁੱਪ ਕਰਕੇ ਬੈਠ ਗਏ। ਮੱਝਾਂ ਘਾਹ ਖਾਂਦੀਆਂ ਖਾਂਦੀਆਂ ਜ਼ਿਮੀਦਾਰ ਦੇ ਖੇਤ ਦੇ ਕਿਆਰੇ ਵਿੱਚ ਚਲੀਆਂ ਗਈਆਂ। ਵੇਖ ਰਹੇ ਨੇ ਕਿਆਰਾ ਖਾਈ ਜਾ ਰਹੀਆਂ ਮੱਝਾਂ, ਸਾਰਾ ਕਿਆਰਾ ਮੱਝਾਂ ਖਾ ਲਿਆ। ਕਰੀਬ 1 ਕਨਾਲ ਜਗ੍ਹਾ ਮੱਝਾਂ ਨੇ ਉਜਾੜ ਦਿੱਤੀ। ਇੰਨੇ ਨੂੰ ਜ਼ਿਮੀਦਾਰ ਵੀ ਖੇਤ ਦਾ ਮਾਲਕ ਆ ਗਿਆ। ਮੱਝਾਂ ਖੇਤ ਵਿੱਚ ਪਈਆਂ ਵੇਖ ਬੜਾ ਬੋਲਿਆ, ਮੱਝਾਂ ਬਾਹਰ ਕੱਢੀਆਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਿਕਾਇਤ ਲੈ ਕੇ ਰਾਏ ਬੁਲਾਰ ਕੋਲ ਗਿਆ। ਇਹ ਰਾਜੇ ਦੀ ਤਰ੍ਹਾਂ ਇਸ ਇਲਾਕੇ ਦਾ ਮੋਹਤਬਰ ਹੈ। ਪਾਸ ਗਿਆ, ਜਾ ਕੇ ਕਹਿੰਦਾ ਉਹ ਦੇਖੋ ਜੀ ਕਲਿਆਣ ਦਾਸ ਦੇ ਪੁੱਤਰ ਨੇ ਮੇਰੀਆਂ ਖੇਤ ਦੀਆਂ ਉਹ ਕਿੰਨੀਆਂ ਫਸਲਾਂ ਖਰਾਬ ਕਰਕੇ ਰੱਖ ਦਿੱਤੀਆਂ ਹੈ, ਖੇਤ ਉਜਾੜ ਦਿੱਤਾ ਹੈ। ਤੇ ਰਾਏ ਬੁਲਾਰ ਕਹਿੰਦਾ ਅੱਗੋਂ ਕੁਛ ਹੋਰ ਨਾ ਬੋਲੀ, ਚੁੱਪ ਕਰ ਜਾ। ਕਿੰਨਾ ਕੁ ਖੇਤ ਉਜੜ ਗਿਆ ਹੈ, ਤੇਰਾ ਉਜਾੜਾ ਮੈਂ ਭਰਾਂਗਾ। ਆਪਣੇ 2 ਬੰਦਿਆਂ ਨੂੰ ਆਵਾਜ਼ ਮਾਰੀ, ਜਾਓ ਇਸ ਦੇ ਨਾਲ ਜਾ ਕੇ ਵੇਖ ਕੇ ਆਓ ਖੇਤ ਕਿੰਨਾ ਉਜੜ ਗਿਆ। ਜਦੋਂ 2 ਬੰਦੇ ਜ਼ਿਮੀਦਾਰ ਨਾਲ ਗਏ, ਖੇਤ ਵਿੱਚ ਪਹੁੰਚੇ ਨੇ। ਮੈਂ ਬੇਨਤੀ ਕਰਾਂ ਸੂਕੇ ਹਰੇ ਕੀਏ ਖਿਣ ਮਾਹੇ ਦੀ ਬਖਸ਼ਿਸ਼ ਕਰਨ ਵਾਲੇ ਮੇਰੇ ਪਾਤਸ਼ਾਹ ਜੀ ਦੀ ਰਹਿਮਤ ਹੋ ਗਈ। ਉਹ ਜਿਹੜਾ ਖੇਤ ਉਜੜਿਆ ਹੋਇਆ ਸੀ ਨਾ, ਉਹ ਤੇ ਦੂਜੇ ਖੇਤ ਨਾਲੋਂ ਵੀ ਗਿੱਠ ਗਿੱਠ ਉੱਚਾ ਖੁੱਲ੍ਹਤਾ। ਉਹ ਪੁੱਛਦੇ ਨੇ ਦੱਸ ਖੇਤ ਕਿਹੜਾ ਉਜੜਿਆ? ਉਜੜਿਆ ਤੇ ਇਹੀ ਸੀ, ਪਰ ਇਸ ਵਕਤ ਤੇ ਹੋਰ ਹਰਿਆ ਭਰਿਆ। ਆ ਕੇ ਰਾਏ ਬੁਲਾਰ ਨੂੰ ਕਹਿੰਦੇ ਨੇ ਜੱਟ ਝੂਠ ਬੋਲਦਾ। ਉਸ ਆਖਿਆ ਦੁਹਾਈ ਰੱਬ ਦੀ, ਜੇ ਉਜੜਿਆ ਸੀ ਪਤਾ ਨਹੀਂ ਕੀ ਬਖਸ਼ਿਸ਼ ਰਹਿਮਤ ਹੋ ਗਈ,
ਉਹ ਤੇ ਦੂਜੇ ਖੇਤ ਨਾਲੋਂ ਵੀ ਗਿੱਠ ਗਿੱਠ ਉੱਚਾ ਖਲੋਤਾ ਹੈ। ਮੈਂ ਬੇਨਤੀ ਕਰਾਂ, ਜਿਹੜੀ ਖੇਤੀ ਗੁਰੂ ਨਾਨਕ ਦੇ ਲਿਖੇ ਲੱਗ ਜਾਏਗੀ ਉਹ ਉਜੜੇਗੀ ਨਹੀਂ, ਹੋਰ ਹਰੀ ਭਰੀ ਹੋਵੇਗੀ। ਦਾਤੇ ਦੀ ਰਹਿਮਤ ਬਖਸ਼ਿਸ਼ ਇਸ ਰਾਏ ਭੋਜ ਦੀ ਤਲਵੰਡੀ ਤੇ ਰਾਏ ਬੁਲਾਰ ਦੇ ਨਗਰ ਨਿਵਾਸੀਆਂ ਦੇ ਅੰਦਰ ਦਿਨ ਬ ਦਿਨ ਵੱਧਦੀ ਹੀ ਗਈ। ਅੱਜ ਗੁਰੂ ਨਾਨਕ ਪਾਤਸ਼ਾਹ ਜੀ ਆਰਾਮ ਕਰਦੇ ਵਣ ਦੇ ਦਰਖਤ ਥੱਲੇ ਲੇਟ ਗਏ ਨੇ। ਇਹ ਵੀ ਗੁਰਦੁਆਰਾ ਵਣ ਸਾਹਿਬ ਅੱਜ ਵੀ ਖਲੋਤਾ ਗਵਾਹੀ ਪਿਆ ਭਰਦਾ। ਉਹ ਵਣ ਦੇ ਦਰਖਤ ਦੇ ਮੈਂ ਬੇਨਤੀ ਕਰਾਂ, ਅੱਖਾਂ ਨਾਲ ਦੀਦ ਮੈਂ ਸੰਨ 87 ਵਿੱਚ ਆਪ ਕਰਕੇ ਆਇਆ, ਜਿਸ ਵਣ ਦੇ ਦਰਖਤ ਥੱਲੇ ਗੁਰੂ ਨਾਨਕ ਪਾਤਸ਼ਾਹ ਲੇਟੇ ਹੋਏ ਸੀ। ਅੱਜ ਧੁੱਪ ਕਰਵਟ ਲੈਂਦੇ ਆ, ਮੈਂ ਬੇਨਤੀ ਕਰਾਂ ਚਿਹਰੇ ਤੇ ਆ ਗਈ। 6 ਘੜੀਆਂ ਲੇਟਿਆਂ ਬੀਤ ਗਈਆਂ ਸਨ, ਘਟਕਾ ਖਟ ਬੀਤ ਗਈ ਜਬ ਹੀ बदल तर छाए गई मुख कामा, श्वेत के बिंद मानो अरबिंद के है मकरंद कणी अभिरामा, शेष जो आन करी तह बंधन सेत स्वरूप महा छवि धामा, तीन प्रदक्षिणा दै कै प्रभ को फन छाए करी मुख पै तह ठामा। ये जदों 6 घड़ियां लंघ गईयां, 144 मिनट गुजर गए, उस समय धुप चेहरे ते आउण लगी है। ये शेष नाग आया, 3 प्रदक्षिणा 3 चक्कर लगाए ने, चेहरे को आके फन खिलार के मैं बेनती करा छां पिया करदा। ये सच है, जिथे गुरु नानक ने उत्थे धुप नहीं सता सकती, जिथे गुरु नानक बैठे ने उत्थे दुनिया की तपश नूं बचाउण वास्ते वो माया नागनी भी आ सेवक बन के छां करन लग जाती है। लंघदियां राय बुलार वेखिया, ये सर्प खलोता है, बड़ा भारी खलोता है। मन विच तौखला जिहा होया, डरदियां डरदियां अगांह आया, पास आया तो सप ने फन समेटिया, एक पासे चला गया, आके गुरु नानक पातशाह जी दे चरनां वल खलो चेहरे वल पिया तकदा। गुरु नानक पातशाह जी ने नज़र भर राय बुलार वल तकिया ते कहंदे ने, राय जी किवें आमना होया? कहंदा अज मेरा सारा भरम मुक गया, आप मेरे रब खुदा बन के मेरी धरती नूं की सारे संसार नूं भाग लावन दे लई आए हो। मैं बेनती कर लगा, राय भोए दी तलवंडी तो इसका नाम ननकाना साहब कदों पिया ते किवें पिया। आओ थोड़ा जिहा इतिहास इसे धरती का लईए। 14 साल की अरबला गुरु नानक पातशाह जी की हो गई। अज मझां पै चारदे ने। राय बुलार की उम्र 40 साल हो गई, घर विच औलाद नहीं हुई। ये 1500 मरबे का मालक है जमीन, 25 एकड़ का एक मरबा ध्यान च रखियो। तो 1500 मरबा जमीन राय बुलार कोल है, पर घर विच औलाद ना होवे, पुत्र ना होवे, इन्नी जायदाद संभालेगा कौन? बड़ा फिक्र है, बड़ी सोच है, बड़ी इबादत की है, बड़ी खुदा अगे दुआ मंगी है, पर घर विच 40 साल की उम्र तक पुत्र नहीं होया। अज घोड़ी ते चढ़ के अपने खेतों नूं गेड़ा मारन गया। मैं बेनती कर लगा, अगे की वेखिया? ये मेरे 2 जहान दे वाली मझां पे चारदे ने। घोड़ी रोकी, थले उतरिया, पैरों जुत्ती लाई, नंगे पैरी गुरु नानक महाराज जी दे पास जाके मस्तक झुका के सिजदा करदियां बस 2 शब्द आखे ने, आप ते खुद खुदा हो, रब दा रूप हो, मेरे मन की मुराद पूरी कर दियो। मैं बेनती करा, ये नहीं आख्या पुत्र की दात दे दियो, ये नहीं आख्या मैनू औलाद बख्श दियो। ये जानदा भी अंदरों जानन वाले ने, मूहों बोलन की बहुती की लोड़ है। इन्ना ही आखिया, आप खुदा हो, रब दा रूप हो, मेरे मन की मुराद पूरी कर दियो। गुरु नानक पातशाह जी चंद सैकंड की खामोशी तो बाद राय बुलार वल तक के कहंदे ने, राय जी रब ते भरोसा रखना, रब तुसां दी मुराद पूरी कर सी। ध्यान च रखियो, ये नहीं आखिया असी तेन पुत्र देंदे हां। अज पखंड चलाउण वाले पता नहीं मूहों की कुछ बोल जाते ने, पर रब रूप परमेश्वर रूप गुरु नानक कहंदे ने, राय जी रब ते भरोसा रखना, रब तुसां दी मुराद पूरी कर सी। ध्यान च रख लियो,
ठीक 1 साल बाद राय बुलार दे घर पुत्र की दात आ गई। वाह, चाह विच भर गया। थोड़े समय बाद इसने अपने पुत्र की खुशी विच 4 चफेरे दे वड्डे वड्डे अमीर लोग मोहतबर लोगों नूं सद के भोजन दे लई बड़ा भारी इकट्ठ किया अते उस इकट्ठ विच नवाब दौलत खान नूं भी बुलाया गया। उस भारी इकट्ठ विच गुरु नानक पातशाह जी की आरबला इस समय 15 साल हो गई है। राय बुलार की आरबला 41 साल हो गई है। गुरु नानक पातशाह जी का संघासन सारियां तो उच्चा बना के उस उपर गुरु नानक पातशाह जी नूं बिठा के भरी खलकत विच ऐलान किया, अज मेरियां खुशियां विच आप शामिल होण जो आए हो, वो हज़रत पीर नानक शाह की बदौलत मेरे कोल आए। उनके अपने शब्द सन, अज तुसी मेरियां खुशियां विच जो शामिल होण आए हो, वो हज़रत पीर गुरु नानक पातशाह जी की बदौलत आए हो। मेरे घर पुत्र की दात इन्हां दी बदौलत सदका आई है। सूचना दिंदियां 2 ऐलान किए ने। पहला ऐलान, अज इस नगर का नाम जो मेरे वड्डियां वडेरियां ने वसा के अपने राय तखल्लस नाल रखिया सी। राय भोएं दी तलवंडी, भोएं राय की, नगर का नाम तलवंडी, राय भोएं की तलवंडी का नाम मेरे वड्डियां वडेरियां रखिया। मेरे कोल हक हकूक ने। मैं अज तो बाद इस धरती का नाम राय भोएं दी तलवंडी नहीं रखांगा। अज तो बाद इस धरती का नाम नानक आयना होवेगा। जिथे मेरे नानक आयना, आयन संस्कृत विच घर नूं कहंदे ने, ये नानक दा घर है। ये साडे वड्डियां वडेरियां दी जमीन नहीं, उन्हां दी सी, पर गुरु नानक दी बदौलत अज तो बाद ये नानक आयना होवेगा। ते दूजा ऐलान किया, मेरे कोल 1500 मरबा बेकार चला जाना सी, इन्हां दी बदौलत मेरी ज़मीन बच गई। मैं अद्धी ज़मीन 750 मरबा जो 17,500 एकड़ ज़मीन बनती है, अज तो बाद हज़रत पीर नानक शाह के नाम लवांदा। मैं बेनती करा, अज तक वो ज़मीन राय बुलार दे खानदान दे बंदे वाह रहे ने, पर हकीकत यह है उस जमीन विच जिथे इंतकाल का खाका बोलता है, उथे अज भी हज़रत पीर नानक शाह के नाम नाल वो जमीन पई चलती है। ये राय बुलार ने गुरु नानक पातशाह जी की अमोलक जी बख्शिश नूं अनुभव करके सारे संसार विच एक गल दसनी चाहिए सी भी इन्हां नूं व्यक्ति ना जानियो, ये आप निरंकार रब रूप ने। आप नूं पता है किवें 20 रुपये वपार दे लई पिता जी दिंदे ने। मैं बेनती करा, जदों जांदे ने ते गुरु नानक दे हाथ विच जो सौदा करन दी जाच है, सौदा करके लियाओ। ते मेरे पातशाह जी लंगर लगा के छका आउंदे ने। ते सच ये है, पिता जी पुछदे ने सौदा किथे है। मेरे पातशाह जी कहन लगे, वो ऐसा सौदा करके आया, रहिंदी दुनिया तक वो सौदा कभी मुकेगा ही नहीं। उथे पिता जी गुस्से भी होए, झिड़क भी दी। कुछ इतिहासकार लिखते ने कोई 20 रुपये उस समय छोटी गल नहीं सी हुंदी। पिता जी ने गुस्से विच गुरु नानक दे चपेड़ां भी मारियां। बेबे नानकी अगां वध के हाथ रोकिया, रौला पिया। राय बुलार आया, आखिया मैं तुहानू किन्नी वारी आखिया इन्हां नू पुत्र ना जानियो, इन्हां नू रब रूप जानियो, इन्हां दी इज्जत मान करियो। ये की कीता है? मैं बेनती करा, ये कहन लगा जी 20 रुपये ये उजाड़ आए ने, अज तक पैसा नहीं कमाया। कहंदे ने राय बुलार ने 500 रुपया अपने कोलों कढ़िया अते आखिया तुसी कहंदे हो इन्हें अज तक पैसा नहीं कमाया, ये कमा कमा के मैनू देंदे रहिंदे ने। आ लो गुरु नानक दे 500 रुपये रखो। मैं बेनती करा, उस समय पिता जी कहंदे ने राय जी मैनू भुलेखे च ना रखो, मैं जानदा तुसी इन्हां दी खिदमत करदे हो, इन्हां ते भावना रखदे हो। 500 रुपये अपने कोलों दे के गुरु नानक दे नाम पे लवांदे हो, ये इन्हां दे नहीं। ते राय बुलार एक गल आखी सी, कहन लगे
पिता कल्याण दास जी मेरी गल सुनो, ਤੁਸੀਂ ਕਹਿੰਦੇ ਹੋ ਇਹ 500 ਰੁਪਏ ਨਾਨਕ ਦੇ ਨਹੀਂ, ਮੈਂ ਕਹਿੰਦਾ ਦੁਨੀਆ ਭਰ ਦੇ ਜਿਨ੍ਹਾਂ ਲੋਕਾਂ ਕੋਲ ਜੋ ਦੌਲਤ ਹੈ ਉਹ ਗੁਰੂ ਨਾਨਕ ਦੀ ਬਦੌਲਤ ਹੀ ਹੈ। ਮੈਂ ਬੇਨਤੀ ਕਰਦੇ ਹਾਂ ਉਹ ਭਾਓ ਭਾਵਨੀ ਵਿੱਚ ਰਾਏ ਬੁਲਾਰ ਜਾਣੇ ਆ, ਚੂੰਕਿ ਤ੍ਰਿਪਤਾ ਨੇ ਜਾਣਿਓ ਪੁੱਤ, ਕਾਲੂ ने जानियो सुत, लालू ने भतीजा, मूले जानियो सो जवाई है, चंदो रानी संबंधी, जय राम साले कर, मूर्खों ने जानियो गुरु नानक कुराही है, श्री चंद लक्ष्मी दास जानियो बाप रूप, राय जी बुलार को प्रतीत भली आई है, ये सच है। श्री गुरु अंगद ने जानियो अकाल रूप, राय जी बुलार को प्रतीत भली आई है, ये ते जेहा सतगुरु नो जानिया तेहो जेहा सुख होए। गुरु नानक पातशाह जी नू अज भैन नानकी बेबे नानकी जी अज लै आए ने सुल्तानपुर लोधी। मैं बेनती कर लगा, आप जी नू पता है उत्थे मोदी खाना लै दिता, दौलत खान नवाब जी नू कह के अज मोदी खाने विच बैठ के मेरे पातशाह गरीबां नू वेख के जदों तकड़ी हत्थ विच फड़दे ने, वो गिनती नाल सौदा नहीं पाउंदे, वो तेरा तेरा करके सब दियां झोलियां भरी जांदे ने। तकड़ी गुरु नानक दे हथ होवे उथे मेरा मेरा नहीं, उथे तेरा तेरा करदियां मैं बेनती करा बरकतां दे भंडार भर जांदे ने। खैर रौला भी पै गया, इन्ना मोदी खाना लुटा दिता, हिसाब होया ते गुरु नानक पातशाह जी दे पैसे बचे निकले। कहन लगे मोदी खाना चलाओ, घाटा नहीं पिया वाधा है। ये सच है, जेड़ी हट्टी ते गुरु नानक बैठे होणगे उत्थे घाटा पवेगा कि वाधा ही वाधा होवेगा। पर मेरे पातशाह कहंदे नहीं, हिसाब हो गया, हुण हट्टी नहीं चलाउणी। मेरे पातशाह जी अज वेई नदी विच इशनान करन चले गए ने, टुब्बी लाई ने। टुब्बियां ते पानी विच लाउण वाले बड़े सन, पर जैसी टुब्बी गुरु नानक ला लैंदे ने, दुनिया भर विच इहो जी टुब्बी लाउणी किसे दे हिस्से नहीं आई। बाहर नहीं निकले, 3 दिन लंघ गए ने, शोर पै गया। ये बेबे नानकी नू आखिया तेरा वीर डुब गया। बेबे नानकी कहन लगी दोबारा ना बोलियो, मेरा वीर सारे संसार नू तारन आया, वो आप किवें डुब सकदा है। बाहर निकले ने, मुख विच बानी है, वो पानी दी टुब्बी ला के बानी प्रगट करते ने, होका देंदे ने ना को हिंदू ना मुसलमान। ते इस शहर दे रहन वाले मुसलमान कहंदे ने तुहानू हिंदू ते मुसलमान विच फर्क नहीं जापदा। मेरे साहब कहंदे ने नहीं, कहंदे साडे नाल नमाज पढ़न मसीते चलोगे। मेरे साहब कहन लगे उत्थे की करदे हो, उत्थे इबादत करी दी है। मेरे पातशाह कहंदे जरूर चलांगे। लो काजी भी चल पिया, नवाब दौलत खां भी चल पिया, होर मुसलमान वो भी चल पे। तो जदों मसीत में चले गए तो सुल्तानपुर लोधी विच रौला पै गया भी बाबा मुसलमान हो गया, बाबा मसीते चला गया, बाबा नमाज पढ़न चला गया। पर ये उठक बैठक करते ने, पर गुरु नानक पातशाह खामोश चुप खलोते, कदी खब्बे वेख लेंदे कदी सज्जे वेख लेंदे ते मुस्कराई जांदे ने। उन्हां भी वेख्या भी हसदे ने मुस्करांदे ने। नमाज नहीं पढ़ी, पढ़ हटे ते कहंदे ने बाबा तू सानू आखिया सी नमाज पढ़ांगा तुहाडे नाल, तुसीं साडी नमाज नू मजाक कीता, नमाज नहीं पढ़ी। ते बाबा जी कहंदे तुसीं ते मेरे नाल कहा सी साडे नाल नमाज पढ़ो। ऐ काजी तेरे नाल नमाज की पढ़दा, तू ते घर घोड़ी सूई हुई है ते छोटा जिहा बच्चा है, तेरा ध्यान बार बार जांदा सी, ये किते घर विच छोटा जिहा गड़ा है उत्थे ना डिग पए। मेरे पातशाह जी कहन लगे काजी गल सुन, जे मसीते आइए ना तो फिर घोड़ियां दी राखी नहीं करी दी, फिर घर बैठी दा मसीत आके नमाज पढ़ी दी है। तो दौलत खां कहन लगा जी मेरे नाल पढ़ लेंदे। तो साहब कहंदे इतिहासकार लिखदा मत्था ठोके जिमी पर मन उड्डे आसमान, काबल घोड़े खरीददा दौलत खां पठान। ए दौलत खां घोड़े खरीदने होन ते काबल जाईदा, मसीते नहीं आईदा, मसीते आइए तो काबल नहीं जाईदा, मसीत विच बह के नमाज पढ़ी दी। मैं बेनती करा
बाबा जी ਲੱਖਾਂ ਨਮਾਜ਼ੀਆਂ ਨਾਲ ਨਮਾਜ਼ ਪੜ੍ਹ ਸਕਦੇ ਨੇ, ਬਸ਼ਰਤੇ ਕੋਈ ਨਮਾਜ਼ੀ ਤੇ ਹੋਵੇ ਨਾ। ਉਹ ਦੱਸਣ ਆਏ, ਉਹ ਸਮਝਾਉਣ ਆਏ, ਭਲਿਓ ਇਸ ਜੀਵਨ ਨੂੰ ਧਰਮ ਦੇ ਮਾਰਗ ਤੇ ਲਿਜਾ ਕੇ ਗੁਰਦੁਆਰੇ ਆ ਕੇ, ਮੰਦਰ ਆ ਕੇ, ਮਸੀਤੇ ਆ ਕੇ ਪੂਰੇ ਆਈਦਾ। ਇਹ ਨਹੀਂ ਸਰੀਰ ਆ ਜਾਏ ਤੇ ਸੁਰਤ ਨੂੰ ਕਿਧਰੇ ਹੋਰ ਲੈ ਜਾਈਦਾ। ਮੈਂ ਬੇਨਤੀ ਕਰਾਂ, ਗੁਰੂ ਨਾਨਕ ਪਾਤਸ਼ਾਹ ਜੀ ਰਹਿਮਤ ਬਖਸ਼ਿਸ਼ ਕਰਦੇ ਆ, ਸਾਰੇ ਸੰਸਾਰ ਦਾ ਭਰਮਣ ਕੀਤਾ। ਧਰਮ ਦੀ ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ ਦਾ ਸਿਧਾਂਤ ਦਿੱਤਾ। ਇਹ ਸੱਚ ਸੀ। ਉਹਨਾਂ ਨੇ ਸ਼ਬਦ ਦੀਪਕ ਜਗਾ ਕੇ ਸ਼ਬਦ ਜਿੱਤੀ ਸਿੱਧ ਮੰਡਲੀ। ਉਹਨਾਂ ਸਿੱਧਾਂ ਨੂੰ ਵੀ ਸ਼ਬਦ ਦੇ ਰਾਹੀਂ ਮੈਂ ਬੇਨਤੀ ਕਰਾਂ, ਇੱਕ ਅਲੌਕਿਕ ਜੀ ਬਖਸ਼ਿਸ਼ ਦਾ ਉਹ ਨਜ਼ਾਰਾ ਵਿਖਾਇਆ। ਹੁਣ ਤੇ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਅਨੇਕ ਬਰਕਤਾਂ ਤੇ ਬਖਸ਼ਿਸ਼ਾਂ ਵੰਡਦੇ ਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਸ਼ਬਦ ਜੋਤ ਨੂੰ ਉਹ ਪ੍ਰਗਟ ਕੀਤਾ। ਗੁਰੂ ਨਾਨਕ ਆਏ ਨੇ, ਗਏ ਨਹੀਂ। ਅੱਜ ਵੀ ਸ਼ਬਦ ਜੋਤ ਦੇ ਰੂਪ ਵਿੱਚ ਸਾਡੇ ਕੋਲ ਨੇ। ਜਿੱਥੇ ਕਿੱਥੇ ਵੀ ਜਾਓ, ਇਹ ਜਾਣਨਾ ਗੁਰ ਮੇਰੇ ਸੰਗ ਸਦਾ ਹੈ ਨਾਲੇ। ਅੱਜ ਵੀ ਗੁਰੂ ਨਾਨਕ ਸਾਡੇ ਨਾਲ ਨੇ। ਦਾਤਾ ਰਹਿਮਤ ਕਰਨ, ਗੁਰੂ ਨਾਨਕ ਦੇ ਦਰ ਘਰ ਦੀਆਂ ਸਾਰੀਆਂ ਬਰਕਤਾਂ ਝੋਲੀ ਵਿੱਚ ਪਵਨ। ਉਹਨਾਂ ਦੇ ਆਗਮਨ ਪੁਰਬ ਦੀਆਂ ਬੇਅੰਤ ਵਧਾਈਆਂ ਕਬੂਲਦਿਆਂ ਨਿਤਨੇਮ ਨਾਲ ਜੁੜਿਓ। ਵਾਹਿਗੁਰੂ ਸਿਮਰਨ ਕਰਿਓ, ਮੂਲ ਮੰਤਰ ਦਾ ਜਪ ਕਰਿਓ। ਭਟਕ ਕੇ ਹੋਰ ਕਿਧਰੇ ਜਾਣ ਦੀ ਲੋੜ ਨਹੀਂ। ਸ਼ਬਦ ਗੁਰੂ ਦਾ ਲੜ ਫੜ ਕੇ ਸਿਮਰਨ ਵਿੱਚ ਜੁੜ ਜਾਣਾ। ਸਾਰੀਆਂ ਰੱਬ ਦੇ ਘਰ ਦੀਆਂ ਬਰਕਤਾਂ ਗੁਰੂ ਨਾਨਕ ਸਾਡੀ ਝੋਲੀ ਵਿੱਚ ਪਾਵਣਗੇ। ਗੁਰੂ ਨਾਨਕ ਆਗਮਨ ਪੁਰਬ ਦੀਆਂ ਬੇਅੰਤ ਵਧਾਈਆਂ। ਮੈਂ ਬੇਨਤੀ ਕਰਾਂਗਾ, ਧੰਨ ਗੁਰੂ ਗ੍ਰੰਥ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ। ਗੁਰੂ ਘਰ ਦੇ ਮੁੱਖ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਬਹੁਤ ਧੰਨਵਾਦ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਸਾਰਿਆਂ ਦਾ ਬਹੁਤ ਧੰਨਵਾਦ। ਆਈਆਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਜੀ ਆਇਆਂ ਕਹਿੰਦੇ ਆ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਧੰਨਵਾਦ। ਭੁੱਲਾਂ ਦੀ ਖਿਮਾ ਕਰਦੇ ਆ। ਆਓ ਮਿਲ ਕੇ ਸਾਰੇ ਗੁਰਫਤਿਹ ਨਾਲ ਸਾਂਝ ਪਾਈਏ ਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।